ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਰੇ ਸੰਗਤ ਰੂਪ ਦੇ ਵਿੱਚ ਜੁੜ ਕੇ ਹਰ ਰੋਜ਼ ਦੀ ਤਰ੍ਹਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਬਾਣੀ ਗੌੜੀ ਸੁਖਮਣੀ ਮਹੱਲੇ 5ਵੇਂ ਦੀ ਬਾਣੀ, ਜਿਸ ਵਿੱਚ ਆਪਾਂ 10 ਸ਼ਲੋਕ ਤੇ 10 ਅਸ਼ਟਪਦੀਆਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ ਆਪਾਂ 11ਵਾਂ ਸ਼ਲੋਕ ਤੇ 11ਵੀਂ ਅਸ਼ਟਪਦੀ ਦੀ ਵਿਚਾਰ ਕਰਾਂਗੇ। ਸ਼ਲੋਕ ਦੇ ਵਿੱਚ ਸਤਿਗੁਰੂ ਜੀ ਫਰਮਾ ਰਹੇ ਨੇ, ਸਮਝਾ ਰਹੇ ਨੇ ਸਾਨੂੰ ਕਲਯੁਗੀ ਜੀਵਾਂ ਨੂੰ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਕਾਰਨ ਤੇ ਕਰਨ ਇੱਕ ਪਰਮੇਸ਼ਰ ਹੀ ਹੈ। ਕਿਹੜਾ ਕਾਰਨ? ਸ੍ਰਿਸ਼ਟੀ ਨੂੰ ਸਾਜਣ ਵਾਲਾ, ਸ੍ਰਿਸ਼ਟੀ ਨੂੰ ਸਾਜ ਕੇ ਚਲਾਉਣ ਵਾਲਾ, ਸਭ ਨੂੰ ਪਾਲਣਹਾਰ, ਤੇ ਫਿਰ ਕਿਸੇ ਨੂੰ ਆਪਣੇ ਨਾਲ ਜੋੜਨ ਵਾਲਾ, ਕਿਸੇ ਤੋਂ ਮਾੜੇ ਕਰਮ ਕਰਵਾਉਣ ਵਾਲਾ, ਕਿਸੇ ਤੋਂ ਚੰਗੇ ਕਰਮ ਕਰਵਾਉਣ ਵਾਲਾ ਪਰਮੇਸ਼ਰ ਹੀ ਹੈ। ਜਿਵੇਂ ਉਸ ਨੂੰ ਪਾਉਂਦਾ ਹੈ ਉਵੇਂ ਉਹ ਚਲਾਉਂਦਾ ਹੈ, ਦੂਜਾ ਨਹੀਂ ਹੈ ਕੋਈ। ਤੇ ਉਹ ਕਿੱਥੇ ਵਸਦਾ ਹੈ? ਨਾਨਕ ਤਿਸ ਬਲਿਹਾਰਨਾ ਜਲ ਥਲ ਮਹੀਲ ਸੋਏ। ਤੇ ਸਤਿਗੁਰੂ ਸਮਝਾਉਂਦੇ ਨੇ ਕਿ ਅਸੀਂ ਬਲਿਹਾਰੇ ਜਾਂਦੇ ਉਸ ਪ੍ਰਭੂ ਤੋਂ, ਜੋ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਮਹੀਲ ਵਿੱਚ, ਹਰ ਥਾਂ ਤੇ ਮੌਜੂਦ ਹੈ। ਉਸ ਤੋਂ ਬਲਿਹਾਰੇ ਜਾਂਦੇ ਹਾਂ, ਜੋ ਕਿ ਕਾਰਨ ਤੇ ਕਰਨ ਵਾਲਾ ਇੱਕ ਹੀ ਹੈ। ਤੇ ਸਾਨੂੰ ਭਰਮ ਹੈ ਕਿ ਅਸੀਂ ਕਰਦੇ ਹਾਂ, ਮੈਂ ਚੰਗਾ ਕਰਦਾ ਹਾਂ, ਮੈਂ ਮਾੜਾ ਕਰਦਾ ਹਾਂ, ਮੈਂ ਚੰਗੇ ਕਰਮ ਕਰਦਾ ਹਾਂ, ਫਲਾਣਾ ਮਾੜੇ ਕਰਮ ਕਰਦਾ ਹੈ। ਇਹ ਸਾਰਾ ਕੁਛ ਕਰਨ ਕਰਾਉਣ ਵਾਲਾ ਪਰਮੇਸ਼ਰ ਹੈ। ਜਿਵੇਂ ਜਿਵੇਂ ਕਿਸੇ ਨੂੰ ਲਾਉਂਦਾ ਹੈ ਉਵੇਂ ਉਵੇਂ ਜੀਵ ਲੱਗਦਾ ਹੈ। ਜਿਵੇਂ ਆਪਾਂ ਗੌੜੀ 52 ਅੱਖਰੀ ਦੇ ਵਿੱਚ ਵੀ ਵਿਚਾਰ ਕੇ ਆਏ ਹਾਂ ਕਿ ਪਰਮੇਸ਼ਰ ਹੀ ਸਾਰੇ ਕਰਮ ਕਰਵਾਉਂਦਾ ਹੈ। ਕਿਰਤ ਕਮਾਵਣ ਸ਼ੁਭ ਅਸ਼ੁਭ ਕੀਨੇ ਤਿਨ ਪ੍ਰਭ ਆਪ, ਪਛ ਆਪਨ ਹਉ ਹਉ ਕਰੈ ਨਾਨਕ ਹਰ ਬਿਨ ਕਹਾਂ ਕਮਾਤ। ਹਰੀ ਤੋਂ ਬਿਨਾਂ ਕੋਈ ਕੁਛ ਕਰ ਹੀ ਨਹੀਂ ਸਕਦਾ। ਇਸ ਕਰਕੇ ਇੱਥੇ ਵੀ ਸਾਨੂੰ ਸਮਝਾਇਆ ਹੈ। ਆਓ ਅਸ਼ਟਪਦੀ ਵਿਚਾਰਦੇ ਹਾਂ। ਕਰਨ ਕਰਾਵਨ ਕਰਨਾ ਜੋਗ। ਕਾਰਨ ਤੇ ਕਰਾਵਨ ਤੇ ਕਰਨੇ ਜੋਗ ਕੌਣ ਹੈ? ਆਪ, ਦੂਜਾ ਨਹੀਂ ਹੈ। ਜੋ ਤਿਸ ਭਾਵੈ ਸੋਈ ਹੋਗ। ਜੋ ਉਸ ਨੂੰ ਪਾਉਂਦਾ ਹੈ ਪ੍ਰਭੂ ਨੂੰ, ਉਹੀ ਹੁੰਦਾ ਹੈ। ਕਿਉਂਕਿ ਕਾਰਨ ਪੈਦਾ ਕਰਨ ਵਾਲਾ ਵੀ, ਉਹਨੂੰ ਕਰਨ ਵਾਲਾ ਵੀ ਜਾਂ ਕਰਾਉਣ ਵਾਲਾ ਵੀ, ਉਹਦੇ ਜੋਗ ਪਰਮੇਸ਼ਰ ਹੀ ਹੈ। ਖਿਨ ਮੈਂ ਥਾਪ ਉਥਾਪਣਹਾਰਾ।
ਇਹ ਖਿਣ ਦੇ ਵਿੱਚ ਥਾਪ ਦਿੰਦਾ ਹੈ। ਖਿਣ ਦੇ ਵਿੱਚ ਉਹ ਥਾਪ ਦਿੰਦਾ ਹੈ, ਉਹ ਥਾਪ ਸਕਦਾ ਹੈ, ਸਾਜ ਸਕਦਾ ਹੈ, ਢਾ ਸਕਦਾ ਹੈ, ਕਿਸੇ ਨੂੰ ਕੁਛ ਥਾਪ ਸਕਦਾ ਹੈ, ਉਹ ਥਾਪ ਸਕਦਾ ਹੈ। ਇਹ ਖਿਣ ਦੇ ਵਿੱਚ, ਕਿਉਂਕਿ ਸਮਰੱਥ ਹੈ, ਪੈਦਾ ਕਰ ਸਕਦਾ ਹੈ, ਨਾਸ ਕਰ ਸਕਦਾ ਹੈ। ਉਸ ਦੇ ਕੋਲ ਉਹ ਇੰਨਾ ਸਮਰੱਥ ਹੈ ਮਾਲਕ। ਢਾਹੇ ਉਸਾਰੇ ਉਸਰੇ ਢਾਹੇ, ਸਮਰੱਥ ਬੇਪਰਵਾਹ ਹੈ, ਸਮਰੱਥ ਹੈ। ਅੰਤ ਨਹੀਂ ਕਿਛ ਪਾਰਾਵਾਰਾ, ਉਸ ਪ੍ਰਭੂ ਦਾ ਕੋਈ ਅੰਤ ਨਹੀਂ ਹੈ, ਕੋਈ ਪਾਰਾਵਾਰ ਨਹੀਂ ਹੈ, ਕਿਉਂਕਿ ਹਰ ਥਾਂ ਹੈ। ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਮਈਲ ਵਿੱਚ ਵੀ ਹੈ, ਕਰੋੜਾਂ ਬ੍ਰਹਿਮੰਡ ਸਾਜੇ ਨੇ, ਬ੍ਰਹਿਮੰਡਾਂ ਦੇ ਵਿੱਚ ਵੀ ਹੈ। ਕੋਈ ਐਸੀ ਜਗ੍ਹਾ ਹੀ ਨਹੀਂ ਹੈ ਜਿੱਥੇ ਉਹ ਮੌਜੂਦ ਨਹੀਂ ਹੈ, ਤੇ ਉਸ ਦਾ ਕੋਈ ਅੰਤ ਵੀ ਹੁਣ ਹੁਕਮ ਹੈ ਉਸਦਾ। ਹੁਕਮ ਕਿਸ ਕੀ ਹੈ? ਨਾਮ। ਨਾਮ ਦੁਆਰਾ ਹੀ ਸਾਰਿਆਂ ਨੂੰ ਧਾਰਦਾ ਹੈ, ਤੇ ਨਾਮ ਦੁਆਰਾ ਹੀ ਧਰਾਂ ਨੂੰ ਧਾਰ ਕੇ ਰੱਖਣ ਵਾਲਾ ਹੈ, ਕਿਉਂਕਿ ਸਾਰਾ ਕੁਛ ਨਾਮ ਦੁਆਰਾ, ਨਾਮ ਦੇ ਵਿੱਚ ਧਾਰਿਆ ਹੋਇਆ ਹੈ। ਨਾਮ ਕੇ ਤਾਰੇ ਸਗਲੇ ਜੰਤ, ਅੱਗੇ ਆਪਾਂ ਪੜਾਂਗੇ। ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਤਾਰੇ ਸੁਣ ਗਿਆਨ ਧਿਆਨ, ਨਾਮ ਕੇ ਤਾਰੇ ਆਗਾਸ ਪਤਾਲ, ਨਾਮ ਕੇ ਤਾਰੇ सगल आकार। सारा कुछ नाम द्वारा है। हुक्म उपजै हुक्म समावै, ते उहदे हुक्म च उपजदा है, ते हुक्म दे विच ही समाउंदा है। सारा कुछ करन वाला है, पर जिन्हां नूं हुक्म बुझा देंदा है अपना हुक्म, ते उहनां नूं अपने च समा लैंदा है। हुक्म दा खेल है। जिन्हां ने हुक्म नूं बुझ लिया, हुक्म की है? नाम। नाम दा खेल है सारा। नाम दी सतारी हुई सृष्टि है। हुक्मे ऊंच नीच व्यवहार हुक्म है। हुक्म द्वारा ही नीच ऊंच। नीच कौन है? जो हुक्म तो बाहर है वो नीच है, जो हुक्म दे अंदर है वो ऊंचा है। पर ऊंचा होके भी वो अपने आप नूं नीच समझता है। जिमें गुरु साहब भाणे अंदर सी, हुक्म दे विच सी, फिर भी वो अपने आप नूं नीच कहाउंदे सी, क्योंकि जिहड़ा नीच है अपने आप नूं समझदा है, वही परमेश्वर दी निगाह दे विच ऊंचा है। आपस को जो जाने नीचा, सो गणिए सब ते ऊंचा। ये उसका व्यवहार है, ये हुक्म दा खेड है। जेड़े हुक्म तो बिना ने, बिन आवे पर समझाउंदे ने, जेड़ी उन्हां दी जात है फिर नीच जात है। नाम तो बिना नीच जात है। हुक्म अनेक रंग प्रकार। नाम द्वारा ही, हुक्म दे विच ही, नाम द्वारा ही अनेक प्रकार दे सृष्टि पैदा की है। रंगी रंगी भांति कर कर, जिनसी माया जिन ओ पाई। ते इदां सारे आपने आप तो नाम पैदा किया, ते नाम द्वारा इस सृष्टि नूं साजिया है, जिसनूं आपां आसा दी वार दे विच पढ़दे हां। आप ही ने आप साजियो, आप ही ने रचियो नाओ, दुई कुदरत साजी है, कर आसन डिठो जाओ। कर कर देखा है अपनी वडियाई। अपनी वडियाई कर करके देखता है, उसकी अपनी वडियाई है।
ਕਿਸੇ ਨੂੰ ਨੀਚ, ਕਿਸੇ ਨੂੰ ਊਚ, ਅਨੇਕਾਂ ਪ੍ਰਕਾਰ ਦੇ, ਤੇ ਆਪਣਾ ਸਾਜ ਕੇ ਆਪ ਹੀ ਦੇਖ ਰਿਹਾ ਹੈ। ਨਾਨਕ ਸਭ ਮੈਂ ਰਿਹਾ ਸਮਾਈ, ਸਾਰਿਆਂ ਦੇ ਵਿੱਚ ਸਮਾਇਆ ਵੀ ਹੈ, ਕੋਈ ਉਸ ਤੋਂ ਬਾਹਰ ਨਹੀਂ ਹੈ। ਲੇਕਿਨ ਆਪਣੇ ਹੁਕਮ ਦੇ ਵਿੱਚ ਕਿਸੇ ਨੂੰ ਨਾਮ ਨਾਲ ਜੋੜ ਲੈਂਦਾ ਹੈ, ਆਪਣੇ ਸਮਾ ਲੈਂਦਾ ਹੈ, ਕਿਸੇ ਨੂੰ ਆਪ ਤੋਂ ਵਿਛੋੜ ਦਿੰਦਾ ਹੈ, ਕਿਸੇ ਨੂੰ ਉੱਚਾ ਕਰ ਦਿੰਦਾ ਹੈ, ਕਿਸੇ ਨੂੰ ਨੀਚ ਕਰ ਦਿੰਦਾ ਹੈ। ਇੱਦਾਂ ਉਸ ਪ੍ਰਭੂ ਦੀ ਰਚਨਾ ਹੈ ਕਰਨ ਵਾਲਾ ਪਰਮੇਸ਼ਰ ਹੀ। ਜੇ ਕੋਈ ਕਹੇ ਮੈਂ ਭਗਤੀ ਕਰਦਾ ਹਾਂ, ਮੈਂ ਨਾਮ ਤੇ ਆਉਂਦਾ ਹਾਂ, ਉਸ ਪ੍ਰਭੂ ਦੀ ਦਇਆ ਸਦਕਾ। ਜੇ ਅੱਜ ਆਪਾਂ ਬੈਠੇ ਵਿਚਾਰ ਕਰਦੇ ਹਾਂ, ਵਿਚਾਰ ਸੁਣਦੇ ਹਾਂ, ਇਹਦੇ 'ਚ ਆਪਾਂ ਨਹੀਂ ਕਰ ਸਕਦੇ ਕੁਛ ਵੀ, ਇਹ ਵੀ ਉਸ ਦੀ ਦਇਆ ਸਦਕਾ ਹੀ ਕਰ ਰਹੇ ਹਾਂ। ਇਸ ਕਰਕੇ ਕਰਨ ਵਾਲਾ ਪਰਮੇਸ਼ਰ ਹੀ ਹੈ। ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭੂ ਨੂੰ ਪਾ ਜਾਵੇ ਉਹ ਫਿਰ ਮਨੁੱਖ ਦੀ ਗਤ ਪ੍ਰਾਪਤ ਕਰ ਲੈਂਦਾ। ਮਨੁੱਖ ਜਿਹੜਾ ਪ੍ਰਭੂ ਨੂੰ ਪਾ ਜਾਂਦਾ ਹੈ। ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭੂ ਨੂੰ ਪਾ ਜਾਵੇ ਇੱਕ ਪੱਥਰ ਦੀ ਨਿਆਈ। ਪੱਥਰ ਕੋਈ ਉਹ ਪੱਥਰ ਨਹੀਂ ਜਿਨ੍ਹਾਂ ਦੀ ਬਿਰਤੀ ਪੱਥਰ ਦੀ ਨਿਆਈ ਹੈ, ਜਿਵੇਂ ਆਪਾਂ ਪਹਿਲਾਂ ਵੀ ਵਿਚਾਰ ਚੁੱਕੇ ਹਾਂ। ਕਿਰਪਨ ਕਠੋਰ ਕਈ ਕੋਟ, ਕਿਰਪਨ ਕਠੋਰ ਆਪੇ ਕਈ ਕੋਟ, ਆਪੇ ਗਾਤਮ ਨਕੋਰ। ਕਿ ਜਿਹੜੇ ਜਿਵੇਂ ਪੱਥਰ ਨੂੰ ਪਾਣੀ 'ਚ ਜਿੰਨਾ ਮਰਜ਼ੀ ਰੱਖ ਲਈਏ ਭਿੱਜਦਾ ਨਹੀਂ ਹੈ, ਪਰ ਪੱਥਰ ਤਰ ਵੀ ਨਹੀਂ ਸਕਦਾ ਕਿਉਂਕਿ ਭਾਰਾ ਹੈ, ਡੁੱਬ ਜਾਂਦਾ ਹੈ। ਪੱਥਰ ਨੂੰ ਆਪਾਂ ਛੋਟਾ ਛੋਟਾ ਪੀਸ ਦੇਈਏ, ਫਿਰ ਵੀ ਪੱਥਰ ਪਾਣੀ ਦੇ ਵਿੱਚ ਭਾਰਾ ਹੈ, ਥੱਲੇ ਹੀ ਡੁੱਬੇਗਾ, ਬੈਠੇਗਾ ਹੀ। ਇਸ ਕਰਕੇ ਜੇ ਪ੍ਰਭ ਪਾ ਜਾਵੇ ਪਰਮੇਸ਼ਰ ਨੂੰ, ਤੇ ਪੱਥਰ ਬਿਰਤੀ ਦੇ ਜਿਹੜੇ ਲੋਕ ਨੇ, ਜਿਨ੍ਹਾਂ ਨੂੰ ਸੁਣਨ ਕਹਿਣ ਨਾਲ ਵੀ ਅਸਰ ਨਹੀਂ ਹੁੰਦਾ, ਉਹਨਾਂ ਨੂੰ ਵੀ ਪ੍ਰਭੂ ਭਾਵੇ ਤਾਂ ਧਰ ਲੈਂਦਾ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਪ੍ਰਭੂ ਨੂੰ ਭਾ ਜਾਵੇ ਬਿਨਾਂ ਸਵਾਸ। ਹੁਣ ਸਵਾਸਾਂ ਦੇ ਵਿੱਚ ਕੌਣ ਹੈ? ਸਰੀਰ ਦੇ ਸਵਾਸ ਨੇ ਜਿਹੜੇ ਸਰੀਰ ਵਾਸਤੇ ਜ਼ਰੂਰੀ ਨੇ, ਪਰ ਮਨ ਵੀ ਆ ਕੇ ਸਵਾਸਾਂ ਦੇ ਵਿੱਚ ਮਿਲ ਜਾਂਦਾ ਹੈ। ਸਵਾਸਾਂ 'ਚ ਮਿਲਣ ਕਰਕੇ ਹੀ, ਪਾਉਣ 'ਚ ਮਿਲਣ ਕਰਕੇ ਹੀ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ। ਲਾਗਤ ਪਵਨ ਖਸਮ ਬਿਸਰਾਇਓ, ਪਾਉਣ ਨਾਲ ਮਨ ਜੁੜਿਆ ਤੇ ਖਸਮ ਨੂੰ ਭੁੱਲ ਗਿਆ। ਜੇ ਪ੍ਰਭੂ ਨੂੰ ਪਾ ਜਾਵੇ ਤੇ ਪ੍ਰਭੂ ਸਾਨੂੰ ਪਾਉਣ ਤੋਂ ਵੱਖ ਕਰ ਲੈਂਦਾ ਹੈ, ਸਵਾਸਾਂ ਤੋਂ ਵੱਖ ਕਰ ਲੈਂਦਾ। ਕਿਸ ਨੂੰ? ਮਨ ਨੂੰ। ਕਿਉਂਕਿ ਮਨ ਦਾ ਪਾਉਣ ਦੇ ਨਾਲ ਕੋਈ ਸੰਬੰਧ ਨਹੀਂ ਹੈ। ਪਾਉਣ ਸਰੀਰ ਵਾਸਤੇ ਜ਼ਰੂਰੀ ਹੈ, ਮਨ ਵਾਸਤੇ ਨਹੀਂ। ਇਸ ਕਰਕੇ ਜੇ ਪ੍ਰਭੂ ਨੂੰ ਪਾ ਜਾਵੇ, ਫਿਰ ਪ੍ਰਭੂ ਸਾਨੂੰ ਸਵਾਸਾਂ ਤੋਂ ਪਾਸੇ ਕਰ ਲੈਂਦਾ ਹੈ, ਮਨ ਨੂੰ। ਪ੍ਰਭ ਭਾਵੈ ਤਾਂ ਹਰ ਗੁਣ ਪੱਖ ਹੈ। ਜੇ ਪ੍ਰਭੂ ਨੂੰ ਪਾ ਜਾਵੇ, ਫਿਰ ਜਿਨ੍ਹਾਂ ਜੀਵਾਂ ਨੂੰ ਪਾਉਣ ਤੋਂ ਵੱਖ ਕਰ ਲੈਂਦਾ ਹੈ, ਸਵਾਸਾਂ ਤੋਂ ਵੱਖ ਕਰ ਲੈਂਦਾ ਹੈ, ਸਵਾਸਾਂ ਤੋਂ ਬਿਨਾਂ ਰੱਖਦਾ ਹੈ, ਉਹ ਫਿਰ ਹਰੀ ਦੇ ਗੁਣ ਆਖਦਾ ਹੈ, ਉਹ ਹਰੀ ਦੇ ਗੁਣ ਗਾਉਂਦਾ ਹੈ। ਪਰ ਤਾਂ ਹੀ ਗਾ ਸਕਦਾ ਜੇ ਪਾਉਣ ਤੋਂ ਵੱਖ ਹੋ ਕੇ ਨਾਮ ਦੇ ਵਿੱਚ ਸਮਾਇਆ ਹੈ। ਕਿਉਂਕਿ ਜਿੰਨੀ ਦੇਰ ਪਾਉਣ 'ਚ ਮਿਲਿਆ ਹੈ, ਨਾਮ 'ਚ ਨਹੀਂ ਸਮਾ ਸਕਦਾ। ਨਾਮ ਵਿੱਚ ਸਮਾਉਣ ਵਾਸਤੇ ਪਾਉਣ ਨੂੰ ਛੱਡਣਾ ਪੈਂਦਾ ਹੈ, ਸਵਾਸਾਂ ਨੂੰ ਛੱਡਣਾ ਪੈਂਦਾ ਹੈ। ਪਰ ਸਵਾਸਾਂ ਨੂੰ ਤਾਂ ਹੀ ਛੱਡ ਸਕਦੇ ਜੇ ਪ੍ਰਭੂ ਨੂੰ ਪਾਉਂਦਾ ਹੈ। ਇਸ ਕਰਕੇ ਉਹ ਸਾਨੂੰ ਪਾਉਣ ਤੋਂ ਵੱਖ ਕਰ ਲੈਂਦਾ ਹੈ, ਨਾਮ ਦੇ ਵਿੱਚ ਸਮਾ ਲੈਂਦਾ ਹੈ, ਤੇ ਫਿਰ ਆਪਣੇ ਗੁਣਾਂ ਨੂੰ ਗਵਾਉਂਦਾ ਹੈ, ਆਪ ਮਨ ਵਿੱਚ ਵਸ ਜਾਂਦਾ ਹੈ। ਪ੍ਰਭ ਭਾਵੈ ਤਾਂ ਪਤਿਤ ਉਧਾਰੈ, ਪ੍ਰਭੂ ਨੂੰ ਪਾ ਜਾਵੇ ਪਤਿਤਾਂ ਨੂੰ। ਪਤਿਤ ਤੇ ਪਤਿਤ ਪਾਪੀ, ਪਤਾ ਨਹੀਂ ਕਿੰਨਾ ਨੀਚ ਜੀਵਨ ਵਾਲਿਆਂ ਨੂੰ ਵੀ ਤਾਰ ਲੈਂਦਾ ਹੈ, ਉਹਨਾਂ ਦਾ ਵੀ ਉਧਾਰ ਕਰ ਦਿੰਦਾ ਹੈ, ਪਰ ਜੇ ਉਸ ਨੂੰ ਪਾ ਜਾਵੇ।
ਕਿਉਂਕਿ ਮਾੜੇ ਕਰਮ ਵੀ ਉਹੀ ਕਰਵਾਉਂਦਾ ਹੈ, ਚੰਗੇ ਵੀ ਉਹੀ ਕਰਵਾਉਂਦਾ ਹੈ। ਇਸ ਕਰਕੇ ਉਸ ਨੂੰ ਪਾ ਜਾਵੇ, ਪਤਿਤਾਂ ਨੂੰ ਵੀ ਉਧਾਰ ਲੈਂਦਾ ਹੈ। ਆਪ ਕਰੈ ਆਪਣ ਵਿਚਾਰੈ, ਪਰ ਕਰਦਾ ਕੌਣ ਹੈ? ਆਪ। ਪਤਿਤਾਂ ਨੂੰ ਕੌਣ ਉਧਾਰਦਾ ਹੈ? ਆਪ। ਸਵਾਸਾਂ ਤੋਂ ਬਿਨਾਂ ਕਿਸ ਨੂੰ ਕੌਣ ਰੱਖਦਾ ਹੈ? ਆਪ। ਆਪਣੇ ਗੁਣ ਕੌਣ ਗਵਾਉਂਦਾ ਹੈ? ਆਪ। ਆਪ ਕਰਨ ਵਾਲਾ ਹੈ। ਆਪ ਕਰੈ ਆਪਣ ਵਿਚਾਰੈ। ਆਪ ਕਰਨ ਵਾਲਾ ਆਪ ਹੀ ਇਹ ਵਿਚਾਰਦਾ ਹੈ, ਆਪ ਹੀ ਗਿਆਨ ਦਿੰਦਾ ਹੈ, ਆਪ ਹੀ ਆਪਣੇ ਗੁਣ ਗਵਾਉਂਦਾ ਹੈ। ਇਹ ਉਸਦਾ ਆਪਣਾ ਖੇਡ ਹੈ, ਆਪਣਾ ਕਾਰਨ ਹੈ, ਉਸਦਾ ਕਰਨ ਹੈ, ਕਿਰਤ ਹੈ। ਦੂਹਾਂ ਸਿਰਿਆਂ ਕਾ ਆਪ ਸੁਆਮੀ, ਦੋਨਾਂ ਪਾਸੇ ਦਾ ਆਪ ਸੁਆਮੀ ਹੈ। ਕਿਸੇ ਨੂੰ ਮਾਇਆ ਦੇ ਨਾਲ ਜੋੜ ਕੇ ਮਾਇਆ ਦੇ ਵਿੱਚ ਹੀ ਲੀਨ ਕਰ ਦਿੰਦਾ ਹੈ, ਤੇ ਕਿਸੇ ਨੂੰ ਮਾਇਆ ਤੋਂ ਕੱਢ ਕੇ, ਪਾਉਣ ਤੋਂ ਕੱਢ ਕੇ ਆਪਣੇ 'ਚ ਸਮਾ ਲੈਂਦਾ ਹੈ। ਪਾਉਣ ਦਾ ਮਾਲਕ ਵੀ ਉਹੀ ਹੈ, ਨਾਮ ਦਾ ਮਾਲਕ ਵੀ ਉਹੀ ਹੈ। ਪਾਉਣ ਵੀ ਉਸੇ ਤੋਂ ਪੈਦਾ ਹੁੰਦੀ, ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ। ਇਸ ਕਰਕੇ ਪਾਉਣ ਦਾ ਮਾਲਕ ਵੀ ਆਪ ਹੈ, ਪਾਉਣ ਵੀ ਉਸੇ ਤੋਂ ਪ੍ਰਗਟ ਹੋ ਰਹੀ ਹੈ, ਨਾਮ ਵੀ ਉਸੇ ਤੋਂ ਪ੍ਰਗਟ ਹੁੰਦਾ ਹੈ। ਦੋਨਾਂ ਦਾ ਆਪ ਹੀ ਮਾਲਕ ਹੈ। ਖੇਲਾ ਬਿਗਸੈ ਅੰਤਰਜਾਮੀ, ਆਪ ਇਸ ਖੇਲ ਨੂੰ ਖੇਲ ਰਿਹਾ ਹੈ, ਪਾਉਣ ਦੇ ਵਿੱਚ ਵੀ ਹੈ, ਬਿਗਸਦਾ ਹੈ, ਆਨੰਦ ਮਾਣਦਾ ਹੈ, ਤੇ ਅੰਤਰਜਾਮੀ ਹੈ, ਤੇ ਜਾਣਦਾ ਹੈ, ਸਾਰਾ ਕੁਝ ਜਾਣਨ ਵਾਲਾ ਹੈ, ਕਿਉਂਕਿ ਦੋਨੇ ਪਾਸੇ ਦਾ ਮਾਲਕ ਆਪ ਹੈ। ਜੋ ਭਾਵੈ ਸੋ ਕਾਰ ਕਰਾਵੈ, ਜੋ ਉਸ ਨੂੰ ਪਾਉਂਦਾ ਹੈ ਉਹੀ ਜੀ ਕਿਸੇ ਤੋਂ ਕਾਰ ਕਰਵਾਉਂਦਾ ਹੈ। ਨਾਨਕ ਦ੍ਰਿਸ਼ਟੀ ਅਵਰ ਨ ਆਵੈ, ਉਹ ਉਹਨਾਂ ਨੂੰ ਜਿਹਦੇ ਉਹਨੂੰ ਪਾ ਜਾਂਦੇ, ਉਹਨਾਂ ਤੋਂ ਫਿਰ ਆਪਣੀ ਕਾਰ ਕਰਵਾਉਂਦਾ, ਆਪਣੇ ਗੁਣ ਗਵਾਉਂਦਾ ਹੈ। ਉਹ ਪੱਥਰਾਂ ਨੂੰ ਵੀ ਤਰਾਉਂਦਾ ਹੈ, ਪੱਥਰਾਂ ਨੂੰ ਉਧਾਰ ਲੈਂਦਾ ਹੈ, ਜਿਹੜੇ ਉਸ ਨੂੰ ਪਾ ਜਾਂਦੇ ਨੇ। ਦੂਜਿਆਂ ਨੂੰ ਉਹ ਪਰਮੇਸ਼ਰ ਹੈ ਨਜ਼ਰ ਨਹੀਂ ਆਉਂਦਾ, ਜਦ ਕਿ ਹੈ ਹਰ ਥਾਂ ਤੇ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਨਹੀਂ ਹੈ। ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਮਈਲ ਵਿੱਚ ਵੀ ਹੈ। ਪਰ ਜਿਹੜੇ ਉਸ ਨੂੰ ਪਾ ਜਾਂਦੇ ਨੇ, ਉਹਨਾਂ ਤੋਂ ਆਪਣੀ ਕਾਰ ਕਰਵਾਉਂਦਾ ਹੈ, ਉਹਨਾਂ ਨੂੰ ਤਾਰ ਲੈਂਦਾ ਹੈ, ਉਹਨਾਂ ਤੋਂ ਆਪਣੇ ਗੁਣ ਗਵਾਉਂਦਾ ਹੈ, ਤੇ ਦੂਜਿਆਂ ਨੂੰ ਉਹ ਨਜ਼ਰ ਨਹੀਂ ਆਉਂਦਾ। ਹੋਰਾਂ ਨੂੰ ਕਹੋ ਨਾਨਕ ਤੇ ਕਿਆ ਹੋਇਆ ਵੈ, ਕਹੋ ਮਾਨੁਖ ਤੇ ਕਿਆ ਹੋਇਆ ਵੈ। ਹੁਣ ਮਨੁੱਖ ਤੇ ਕੋਈ ਕੁਛ ਨਹੀਂ ਹੋ ਸਕਦਾ। ਮਨੁੱਖ ਕਹੇ ਮੈਂ ਕੁਛ ਕਰਦਾ ਹਾਂ, ਜੂਨ ਨਾ ਚਲੇ ਜਾएगा। जब ये जाने मैं किछ करता, तब ला गर्भ जोन में फिरता। जब ये जाने मुझ ते कश हुआ, बाध्यो जोने लीनी परमस हुआ। इस करके मनुख ते कुछ भी नहीं हो सकता। जो तिस पावै सोई करावै, जो उसनू पाउंदा ओही कराउंदा है। मनुख ते कुछ नहीं हो सकता। इसके हाथ होए तो सब कुछ ले, जे मनुख दे हथ होवे तो सारा कुछ ही हासिल कर लवे। जो तिस भावै सोई करे, पर इसते बस नहीं है। इस करके जो प्रभु नू पाउंदा है वही जीव करता है। जे जी कार चलाउंदा है, जे कर्म चलाउंदा है, वह जा कर्म जीव करता है। मनुख दे अपने हाथ कुछ भी नहीं है। अनजानत विख्या मैं रचै, अनजान जब तक उसनू जनाया नहीं प्रभु ने, वो अनजान है। वो त्रै गुण माया दे विच ही रचिया रहता है, क्योंकि उसनू चौथे पद का ज्ञान ही नहीं है। प्रभु दे वल्लों वो अनजान है। इस करके त्रै गुणा तक सीमित है। विख्या दे विच त्रै गुण विख है, विख्या दे विच रचिया रहता है मन। जे जानत अपना आप बचै,
ਪਰ ਜੇ ਇਸ ਨੂੰ ਜਨਾ ਦਿੰਦਾ, ਜਿਹੜਾ ਜਾਣ ਲੈਂਦਾ ਹੈ, ਉਹ ਫਿਰ ਇਸ ਵਿਖ ਤੋਂ ਬਚਦਾ ਹੈ। ਆਪ ਬਚਦਾ, ਜਿਹਨੂੰ ਜਨਾ ਦਿੰਦਾ ਹੈ ਉਸ ਨੂੰ ਚੌਥੇ ਪਦ ਦੀ ਸੋਝੀ ਹੋ ਜਾਂਦੀ ਹੈ, ਉਹ ਫਿਰ ਵਿਖ ਤੋਂ ਬਚਦਾ ਹੈ। ਪਰ ਜਿਹੜੇ ਅਣਜਾਣ ਨੇ, ਜਿਨ੍ਹਾਂ ਨੂੰ ਚੌਥੇ ਪਦ ਦਾ ਗਿਆਨ ਨਹੀਂ, ਪ੍ਰਭੂ ਨੂੰ ਜਨਾਇਆ ਨਹੀਂ, ਉਹ ਵਿਖਿਆ ਦੇ ਵਿੱਚ ਰਚਦੇ ਨੇ। ਭਰਮੈ ਭੂਲਾ ਦਹਿ ਦਿਸਤਾਵੈ, ਭਰਮ ਦੇ ਵਿੱਚ ਪਿਆ ਹੈ ਜੀਵ, ਭੁੱਲਿਆ ਹੋਇਆ ਹੈ, ਦਸਾਂ ਦਿਸ਼ਾਵਾਂ ਨੂੰ ਮਨ ਤਾਵਦਾ ਹੈ। ਨਿਮਕ ਮਾਹੇ ਚਾਰ ਕੁੰਟ ਫਿਰ ਆਵੈ, ਪਰ ਜਿਨ੍ਹਾਂ ਨੂੰ ਜਨਾ ਦਿੰਦਾ ਹੈ, ਜਿਹੜੇ ਜਾਣਦੇ ਨੇ, ਉਹ ਇੱਕ ਨਿਮਖ ਦੇ ਵਿੱਚ ਹੀ ਚੌਥੇ ਪਦ ਵਿੱਚ, ਚਾਰ ਕੁੰਟ ਚੌਥੇ ਪਦ ਵਿੱਚ ਆ ਜਾਂਦੇ ਨੇ। ਕਿਉਂਕਿ ਜਦੋਂ ਗਿਆਨ ਕਰਵਾ ਦਿੰਦਾ, ਪ੍ਰਭੂ ਨੂੰ ਮਿਲਣਾ ਕੋਈ ਔਖਾ ਨਹੀਂ ਹੈ, ਇੱਕ ਕਿਣਕਾ ਹੀ ਮਨ ਵਿੱਚ ਵਸਾਉਣ ਦੀ ਲੋੜ ਹੈ। ਨਿਰਵਾਣ ਕੀਰਤਨ ਕਰਨ ਦੀ ਲੋੜ ਹੈ ਕਰਤੇ ਦਾ, ਜਿਹਦੇ ਦੁਆਰਾ ਇੱਕ ਨਿਮਖ ਦੇ ਵਿੱਚ ਹੀ ਅਸੀਂ ਛੁੱਟ ਸਕਦੇ ਹਾਂ। ਕਿਉਂਕਿ ਅਸੀਂ ਉਹ ਕੀਰਤਨ ਨਹੀਂ ਕਰਦੇ, ਉਹ ਕੀਰਤਨ ਨਹੀਂ ਸੁਣਦੇ, ਅਸੀਂ ਕਰਦੇ ਹਾਂ ਪਖੰਡ। ਜੋ ਦਿਸਦਾ ਹੈ ਉਹ ਨਹੀਂ ਕਰਦੇ, ਜਿਹੜਾ ਅਦਿਸ਼ਟ ਹੈ, ਅਦਿਸ਼ਟ ਨੂੰ ਦੇਖਣ ਦਾ ਜਿਹੜਾ ਗਿਆਨ ਹੈ, ਯੁਕਤੀ ਹੈ, ਅਭਿਆਸ ਹੈ, ਉਹ ਅਸੀਂ ਨਹੀਂ ਕਰਦੇ। ਕਿਉਂਕਿ ਜੋ ਦਿਸਦਾ ਹੈ ਇਹ ਇੱਥੇ ਲੁੱਟਿਆ ਜਾਂਦਾ ਹੈ। ਕਰਮ ਧਰਮ ਪਖੰਡ ਜੋ ਦਿਸੈ, ਤਿੰਨ ਜਮ ਜਗਾਤੀ ਲੁਟੈ, ਇਹ ਜਮ ਹੀ ਲੁੱਟ ਲੈਂਦੇ ਨੇ। ਨਿਰਵਾਣ ਕਰ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੁਟੈ, ਇੱਕ ਨਿਮਕ ਸਿਮਰਨ ਦੇ ਨਾਲ ਹੀ ਛੁੱਟ ਜਾਂਦੇ ਹਾਂ। ਇਸ ਕਰਕੇ ਜਿੰਨੀ ਦੇਰ ਜੀਵ ਭਰਮ ਦੇ ਵਿੱਚ ਹੈ, ਭੁੱਲਿਆ ਦਸਾਂ ਦਿਸ਼ਾਵਾਂ ਨੂੰ ਧਾਮਦਾ ਹੈ, ਜੇ ਉਸ ਨੂੰ ਗਿਆਨ ਹੋ ਜਾਵੇ ਤੇ ਫਿਰ ਕਰਵਾ ਦੇਵੇ ਪ੍ਰਭੂ ਇੱਕ ਨਿਮਖ ਦੇ ਵਿੱਚ ਹੀ, ਫਿਰ ਚੌਥੇ ਪਦ ਵਿੱਚ ਆ ਜਾਂਦਾ ਹੈ। ਕਰ ਕਿਰਪਾ ਜਿਸ ਆਪਣੀ ਭਗਤੀ ਦੇ, ਜਿਹਨੂੰ ਆਪ ਕਿਰਪਾ ਕਰਦਾ ਹੈ, ਦਇਆ ਕਰਦਾ ਹੈ, ਆਪਣੀ ਭਗਤੀ ਬਖਸ਼ਦਾ ਹੈ, ਨਾਨਕ ਤੇ ਜਨ ਨਾ ਮਿਲੇ। ਉਸ ਜਨ ਨੂੰ ਸਤਿਗੁਰੂ ਸਮਝਾਉਂਦੇ ਨੇ, ਫਿਰ ਨਾਮ ਪ੍ਰਾਪਤ ਹੁੰਦਾ ਹੈ। ਪ੍ਰਭੂ ਉਸ ਨੂੰ ਨਾਮ ਦੀ ਦਾਤ ਬਖਸ਼ਦਾ ਹੈ, ਜਿਸ ਨੂੰ ਆਪਣੀ ਭਗਤੀ ਦੇ ਵਿੱਚ ਲਾਉਂਦਾ ਹੈ, ਜਿਸ ਨੂੰ ਆਪਣੀ ਭਗਤੀ ਦੀ ਦਾਤ ਦਿੰਦਾ ਹੈ, ਉਸ ਨੂੰ ਫਿਰ ਇਹ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰਦਾ ਹੈ। ਫਿਰ ਉਹ ਖਜ਼ਾਨਾ ਪ੍ਰਾਪਤ ਕਰ ਲੈਂਦੇ ਨੇ। ਖਿਨ ਮਹਿ ਨੀਚ ਕੀਟ ਕੋ ਰਾਜ, ਉਹ ਪ੍ਰਭੂ ਸਮਰੱਥ ਹੈ। ਇੱਕ ਜੀਵ ਜਿਸ ਨੂੰ ਕੋਈ ਨਹੀਂ ਜਾਣਦਾ, ਨੀਚ ਹੈ ਬਹੁਤ, ਕੀੜਿਆਂ ਦੀ ਤਰ੍ਹਾਂ ਹੈ, ਆਪਣੇ ਆਪ ਨੂੰ ਨੀਚ ਸਮਝਦਾ ਹੈ, ਕੀਟ ਸਮਝਦਾ ਹੈ। ਤੇ ਇੱਕ ਖਿਣ ਦੇ ਵਿੱਚ ਉਸ ਨੂੰ ਉਹ ਰਾਜਾ ਬਣਾ ਦਿੰਦਾ ਹੈ। ਕਿਹੜਾ ਰਾਜਾ? ਸੰਸਾਰੀ ਨਹੀਂ। ਇੱਥੇ ਮਨ ਜਿਹੜਾ ਹੈ ਸਾਡਾ, ਜਦ ਤੱਕ ਤ੍ਰੈ ਗੁਣਾ ਦੇ ਵਿੱਚ ਹੈ, ਇਸ ਨੂੰ ਵਿਸ਼ਟਾ ਦਾ ਕੀੜਾ ਹੀ ਕਿਹਾ ਹੈ, ਜਦ ਤੱਕ ਇਹ ਨਾਮ ਤੋਂ ਭੁੱਲਿਆ ਹੈ। ਪਰ ਜੇ ਪ੍ਰਭੂ ਨੂੰ ਪਾ ਜਾਵੇ, ਪ੍ਰਭੂ ਦਇਆ ਕਰਦਾ ਹੈ, ਉਸ ਨੀਚ ਨੂੰ ਫਿਰ ਰਾਜ ਸੌਂਪ ਦਿੰਦਾ ਹੈ। ਕਿਹੜਾ ਰਾਜ? ਅਬਿਨਾਸੀ ਰਾਜ, ਚੌਥੇ ਪਦ ਦਾ ਰਾਜ। ਪਾਰ ਬ੍ਰਹਮ ਗਰੀਬ ਨਿਵਾਜ, ਕਿਉਂਕਿ ਪਾਰ ਬ੍ਰਹਮ ਪਰਮੇਸ਼ਰ ਹੈ, ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਗਰੀਬਾਂ ਦਾ ਮਤਲਬ ਇਹ ਨਹੀਂ ਕਿ ਉਸਦੇ ਕੋਲ ਧਨ ਦੌਲਤ ਨਾ ਹੋਵੇ, ਇੱਥੇ ਮਨ ਦੀ ਗਰੀਬੀ ਹੈ। ਕਿਉਂਕਿ ਜਿਨ੍ਹਾਂ ਜੀਵਾਂ ਨੂੰ ਇਹ ਪਤਾ ਹੈ ਕਿ ਇੱਥੇ ਦਾ ਜੋ ਸੰਸਾਰ ਦਾ ਧਨ ਦੌਲਤ ਹੈ, ਇਹ ਇੱਕ ਝੂਠਾ ਧਨ ਹੈ, ਇਹ ਕਿਸੇ ਦੇ ਨਾਲ ਨਹੀਂ ਜਾਣਾ, ਇਹ ਤਾਂ ਅਸੀਂ ਇੱਥੇ ਹੀ ਛੱਡ ਜਾਣਾ ਹੈ, ਜੋ ਵੀ ਹੈ ਇੱਥੇ ਰਹਿ ਜਾਣਾ ਹੈ, ਅੰਤ ਸਮੇਂ ਕਿਸੇ ਦੇ ਨਾਲ ਨਹੀਂ ਜਾਣਾ। ਉਹ ਦੇਖਦਾ ਹੈ ਬਈ ਮੈਂ ਤਾਂ ਗਰੀਬ ਹਾਂ, ਸੱਚਾ ਧਨ ਤਾਂ ਮੇਰੇ ਦੇ ਕੋਲ ਹੈ ਹੀ ਨਹੀਂ, ਮੈਂ ਤਾਂ ਜਿਹੜਾ ਧਨ ਇਕੱਠਾ ਕੀਤਾ ਹੈ ਤਾਂ ਝੂਠਾ ਧਨ ਹੈ,
ਕੂੜ ਧਨ ਹੈ। ਕਾਚਾ ਧਨ ਸੰਚੈ ਮੂਰਖ ਗਵਾਰ। ਇਹ ਤਾਂ ਕੱਚਾ ਧਨ ਹੈ, ਸੱਚਾ ਧਨ ਤਾਂ ਮੇਰੇ ਕੋਲ ਹੈ ਹੀ ਨਹੀਂ, ਇਸ ਕਰਕੇ ਮੈਂ ਗਰੀਬ ਹਾਂ। ਫਿਰ ਜਿਹੜੇ ਜੀਵ ਨੂੰ ਇਹ ਸੋਝੀ ਹੋ ਜਾਂਦੀ ਹੈ, ਫਿਰ ਉਸ ਨੂੰ ਨਿਵਾਜਦਾ ਹੈ, ਕਿਉਂਕਿ ਗਰੀਬ ਨਿਵਾਜ ਹੈ। ਜਿਸ ਨੂੰ ਸੰਸਾਰਿਕ ਧਨ ਦੌਲਤ ਦਾ ਮਾਣ ਹੈ, ਆਪਣੇ ਆਪ ਨੂੰ ਬੜਾ ਅਮੀਰ ਧਨਵੰਤ ਸਮਝਦਾ ਹੈ, ਉਸ ਨੂੰ ਪ੍ਰਭੂ ਨਹੀਂ ਨਿਵਾਜਦਾ। ਇਸ ਕਰਕੇ ਅਸੀਂ ਕਿੰਨੇ ਅਮੀਰ ਹੋਈਏ, ਜੇ ਤਾਂ ਅਸੀਂ ਗੁਰਬਾਣੀ ਨੂੰ ਸਮਝ ਲੈਂਦੇ ਹਾਂ, ਪੜ੍ਹਦੇ ਹਾਂ, ਫਿਰ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਸੰਸਾਰਿਕ ਧਨ ਹੈ ਜਿਹੜਾ, ਇਹ ਤਾਂ ਸੰਸਾਰ ਤੱਕ ਸੀਮਤ ਹੈ। ਜਿਸ ਦਿਨ ਇਸ ਸਰੀਰ ਨੇ ਬਿਨਸਣਾ ਹੈ, ਮਨ ਨੂੰ ਪਕੜ ਕੇ ਲੈ ਜਾਣਾ ਜਮਾ ਨੇ, ਜੇ ਨਾਮ ਦਾ ਧਨ ਨਹੀਂ ਹੈ। ਜੇ ਨਾਮ ਦਾ ਧਨ ਹੈ ਸਾਡੇ ਕੋਲ, ਫਿਰ ਸਾਨੂੰ ਸਾਡੀ ਸਹਾਇਤਾ ਕਰਦਾ, ਜੋ ਆਪਾਂ ਪਹਿਲਾਂ ਹੀ ਵਿਚਾਰ ਕੇ ਆਏ ਹਾਂ। ਜੈ ਮਾਤ ਪਿਤਾ ਸੁਤ ਮੀਤ ਨ ਪਾਈ, ਮਨੁਹਾ ਨਾਮ ਤੇਰਾ ਸੰਗ ਸਹਾਈ। ਇਸ ਕਰਕੇ ਨਾਮ ਤੋਂ ਬਿਨਾਂ ਅਸੀਂ ਗਰੀਬ ਹਾਂ। ਫਿਰ ਪ੍ਰਭੂ ਉਹਨਾਂ ਨੂੰ ਨਾਮ ਬਖਸ਼ਦਾ ਹੈ, ਉਹਨਾਂ ਨੂੰ ਨਿਵਾਜਦਾ ਹੈ। ਜਾ ਕਾ ਦ੍ਰਿਸ਼ਟ ਕਛੂ ਨਾ ਆਵੈ। ਜਿਸ ਨੂੰ ਪਹਿਲਾਂ ਕੋਈ ਗਿਆਨ ਨਹੀਂ ਉਸ ਪ੍ਰਭੂ ਦਾ, ਕਿਉਂਕਿ ਉਸ ਤੋਂ ਅਣਜਾਣ ਹੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ। ਪਰ ਜਦੋਂ ਜੀਵ ਨੂੰ ਇਹ ਗਿਆਨ ਹੁੰਦਾ ਹੈ ਕਿ ਮੈਂ ਤਾਂ ਉਸ ਤੋਂ ਬਿਨਾਂ ਖਾਲੀ ਹਾਂ, ਮੈਂ ਤਾਂ ਸਖਣਾ ਹਾਂ, ਉਸ ਨੂੰ ਇੱਕ ਛਿਣ ਦੇ ਵਿੱਚ ਹੀ ਸਾਰੇ ਪਾਸੇ ਮਾਲਕ ਪ੍ਰਗਟ ਹੋ ਜਾਂਦਾ ਹੈ। ਇੱਕ ਛਿਣ ਦੇ ਵਿੱਚ ਹੀ, ਜਿਸ ਤੋਂ ਦੂਰ ਹੈ। ਪਰ ਹੈ ਕਦੋਂ? ਜਦੋਂ ਸਾਡੇ ਅੰਦਰ ਗਰੀਬੀ ਹੈ, ਸਾਨੂੰ ਗਿਆਨ ਹੈ ਕਿ ਨਾਮ ਤੋਂ ਬਿਨਾਂ ਅਸੀਂ ਨਿਰਤਨ ਹਾਂ। ਬਿਨ ਨਾਵੈ ਸਭ ਕੋ ਹੈ ਨਿਰਤਨ। ਜਾ ਕੋ ਆਪਣੀ ਕਰੈ ਬਖਸ਼ੀਸ਼, ਜਿਸ ਨੂੰ ਫਿਰ ਆਪਣੀ ਬਖਸ਼ਿਸ਼ ਕਰ ਦਿੰਦਾ ਹੈ ਨਾਮ ਦੀ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈ ਹੈ। ਇੱਕ ਨਾ ਨੂੰ ਹੁਕਮ ਦੀ, ਨਾਮ ਦੀ ਬਖਸ਼ਿਸ਼ ਕਰ ਦਿੰਦਾ ਹੈ, ਜਿਨ੍ਹਾਂ ਨੂੰ ਆਪ ਫਿਰ ਇਹ ਦਇਆ ਕਰਦਾ ਹੈ, ਨਾਮ ਦੀ ਖਜ਼ਾਨਾ ਬਖਸ਼ ਦਿੰਦਾ ਹੈ। ਤਾਕਾ ਲੇਖਾ ਨਾ ਗਣੈ ਜਗਦੀਸ਼, ਉਸ ਦਾ ਲੇਖਾ ਖਤਮ ਹੋ ਜਾਂਦਾ ਹੈ ਜਿਸ ਨੂੰ ਆਪ ਇਹ ਨਾਮ, ਕਿਉਂਕਿ ਉਸ ਕੋਲ ਧਨ ਹੀ ਇੰਨਾ ਦੇ ਦਿੰਦਾ, ਨਾਮ ਦਾ ਧਨ ਉਸ ਤੇ ਸਾਰੀ ਗਰੀਬੀ ਚੱਕ ਦਿੰਦਾ ਹੈ, ਅਖੁੱਟ ਖਜ਼ਾਨਾ ਮਿਲ ਜਾਂਦਾ ਹੈ। ਉਸ ਦੇ ਲੇਖੇ ਵੀ ਖਤਮ ਹੋ ਜਾਂਦੇ ਨੇ, ਲੇਖਾ ਵੀ ਫਟ ਜਾਂਦਾ ਹੈ, ਉਸ ਦਾ ਕੋਈ ਲੇਖਾ ਨਹੀਂ ਹੈ। ਜਿੰਨਾ ਮਰਜ਼ੀ ਖਾਵੇ ਖਰਚਾ, ਉਸ ਤੋਂ ਪੁੱਛਦਾ ਨਹੀਂ ਹੈ। ਜਿਨ ਕੋ ਬਖਸ਼ੇ ਭੰਡਾਰ, ਜਿਨ ਕੋ ਸੌਂਪੇ ਭੰਡਾਰ, ਪੁੱਛ ਨਾ ਲੀਤੀਅਨ। ਮੇਰੇ ਕਹਿੰਦੇ ਫਿਰ ਪੁੱਛਦਾ ਨਹੀਂ ਹੈ, ਉਹਨਾਂ ਦਾ ਲੇਖਾ ਨਹੀਂ ਕਰਦਾ। ਜਿਉ ਪਿੰਡ ਸਭ ਤਿਸ ਕੀ ਰਾਸ, ਕਿਉਂਕਿ ਉਸੇ ਦਾ ਸਾਰਾ ਕੁਛ ਹੈ। ਤਨ ਉਸਦਾ ਹੈ, ਮਨ ਉਸਦਾ ਹੈ, ਤਨ ਉਸਦਾ ਹੈ, ਸਾਰਾ ਕੁਛ ਤਾਂ ਉਸ ਪ੍ਰਭੂ ਦਾ ਹੈ। ਜਦੋਂ ਉਹ ਬਖਸ਼ੀ ਦਿੰਦਾ, ਸਾਨੂੰ ਆਪਣਾ ਬਣਾ ਹੀ ਲੈਂਦਾ ਹੈ, ਫਿਰ ਲੇਖਾ ਵੀ ਸਾਡਾ ਨਹੀਂ ਕਰਦਾ। ਘਟ ਘਟ ਪੂਰਨ ਬ੍ਰਹਮ ਪ੍ਰਕਾਸ਼, ਫਿਰ ਘਟ ਘਟ ਦੇ ਵਿੱਚ ਜੋ ਪ੍ਰਭੂ ਹੈ ਤਾਂ ਪੂਰਨ ਬ੍ਰਹਮ, ਪਰ ਜਿਨ੍ਹਾਂ ਤੇ ਖੁਸ਼ ਹੁੰਦਾ ਉਹਨਾਂ ਨੂੰ ਪ੍ਰਗਟ ਹੋ ਜਾਂਦਾ ਹੈ, ਉਹਨਾਂ ਨੂੰ ਘਟ ਘਟ ਦੇ ਵਿੱਚ ਦਿਖਾ ਦਿੰਦਾ ਹੈ। ਜਿਨ੍ਹਾਂ ਤੇ ਦਇਆ ਕਰਦਾ ਹੈ, ਦਸਾਂ ਦਿਸ਼ਾਵਾਂ ਦੇ ਵਿੱਚ ਜਿੱਧਰ ਦੇਖਦੇ ਉੱਧਰ ਹੀ ਦਿਸਦਾ ਹੈ। ਆਪਣੀ ਬਣਤ ਆਪ ਬਣਾਈ, ਇਹ ਸਾਰਾ ਕੁਛ ਆਪ ਇਹ ਬਣਤ ਬਣਾਉਂਦਾ ਹੈ, ਆਪ ਅੰਦਰ ਸਾਡੇ ਗਰੀਬੀ ਪੈਦਾ ਕਰਦਾ ਹੈ, ਆਪ ਸਾਨੂੰ ਇਸ ਅਵਸਥਾ 'ਚ ਲੈ ਜਾਂਦਾ ਕਿ ਅਸੀਂ ਆਪਣੇ ਆਪ ਨੂੰ ਕੀਟ ਸਮਝਦੇ ਹਾਂ, ਨੀਚ ਸਮਝਦੇ ਹਾਂ, ਤੇ ਫਿਰ ਆਪ ਸਾਨੂੰ ਨਿਵਾਜਦਾ ਹੈ। ਇਹ ਆਪ ਹੀ ਆਪਣੀ ਬਣਤ ਬਣਾਉਂਦਾ ਹੈ, ਜਿਨ੍ਹਾਂ ਤੇ ਖੁਸ਼ ਹੁੰਦਾ ਹੈ। ਨਾਨਕ ਜੀਵੈ ਦੇਖ ਵਡਾਈ, ਫਿਰ ਉਹਦੇ ਜਨ ਉਸ ਦੇ ਦਰਸ਼ਨ ਕਰ ਕਰਕੇ
ਫਿਰ ਆਪਣਾ ਜੀਵਨ ਜਿਉਂਦੇ ਨੇ ਤੇ ਉਸ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਨਾਲੇ ਉਸ ਨੂੰ ਦੇਖਦੇ ਨੇ ਤੇ ਨਾਲੇ ਉਸ ਦੀ ਵਡਿਆਈ ਕਰਦੇ ਨੇ। ਪਰ ਕੌਣ? ਜਿਨ੍ਹਾਂ ਨੂੰ ਆਪ ਨਿਵਾਜਦਾ ਹੈ, ਜਿਨ੍ਹਾਂ ਨੂੰ ਆਪ ਪ੍ਰਗਟ ਹੋ ਜਾਂਦਾ ਹੈ, ਦਸਾਂ ਦਿਸ਼ਾਵਾਂ ਦੇ ਵਿੱਚ ਹਰ ਥਾਂ 'ਤੇ ਨਜ਼ਰ ਆਉਂਦਾ ਹੈ, ਫਿਰ ਆਪਣੀ ਵਡਿਆਈ ਵੀ ਆਪ ਬਖਸ਼ਦਾ ਹੈ। ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ। ਫਿਰ ਆਪ ਪ੍ਰਗਟ ਹੋ ਜਾਂਦਾ ਹੈ। ਇਸਕਾ ਬਲ ਨਾ ਹੀ ਇਸ ਹੱਥ। ਇਹ ਸਾਰਾ ਹੀ ਜਿਹੜਾ ਬਲ ਹੈ ਕਿਸੇ ਜੀਵ ਦੇ ਹੱਥ ਵਿੱਚ ਨਹੀਂ ਹੈ। ਕੋਈ ਜੀਵ ਜਦ ਤੱਕ ਜੀਵ ਸਮਝਦਾ ਮੈਂ ਕਰਦਾ, ਪ੍ਰਭੂ ਨੂੰ ਨਹੀਂ ਪਾਉਂਦਾ। ਇਸ ਕਰਕੇ ਗੁਰਬਾਣੀ ਪੜ੍ਹਾਂਗੇ, ਪੜ੍ਹਦੇ ਹਾਂ, ਇਸ ਦੇ ਵਿੱਚ ਸਤਿਗੁਰੂ ਜੀ ਭਗਤ ਜਨ ਇਹ ਸਮਝਾ ਰਹੇ ਨੇ ਕਿ ਅਸੀਂ ਕੁਝ ਨਹੀਂ ਕਰ ਸਕਦੇ। ਜੇ ਅਸੀਂ ਕਹਿੰਦੇ ਕੁਛ, ਇੱਕ ਝੰਖ ਮਾਰਨਾ ਹੀ ਹੈ। ਕਬੀਰ ਝੰਖ ਨਾ ਝੰਖੀ ਹੈ, ਤੁਮਰਾ ਕਹਿਓ ਨਾ ਹੋਏ। ਤੇਰਾ ਕੀਤਾ ਨਹੀਂ, ਤੇਰਾ ਕਿਹਾ ਨਹੀਂ ਹੁੰਦਾ ਕੁਛ ਵੀ। ਝੰਖ ਐਵੇਂ ਝੰਖ ਨਾ ਮਾਰ। ਉਹ ਜੋ ਕਰ ਰਿਹਾ ਹੈ ਉਹ ਹੁੰਦਾ ਹੈ। ਕਰਨ ਕਰੀਮ ਜੋ ਕਰ ਰਹੇ ਹੋ, ਜੋ ਪਰਮੇਸ਼ਰ ਕਰਦਾ ਉਹੀ ਹੋਣਾ, ਤੇਰਾ ਕੀਤਾ ਨਹੀਂ ਹੋਣਾ ਕੁਛ ਵੀ। ਇਸ ਕਰਕੇ ਜਦੋਂ ਜੀਵ ਕੁਛ ਸਮਝਦਾ ਵੀ ਮੈਂ ਕੁਛ ਕਰਦਾ, ਪ੍ਰਭੂ ਨੂੰ ਨਹੀਂ ਪਾਉਂਦਾ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ ਕਿ ਇਸ ਤੇ ਕੁਛ ਵੀ ਹੱਥ ਵਿੱਚ ਨਹੀਂ ਹੈ। ਆਖਣ ਵਾਲਾ ਕਿਆ ਵਿਚਾਰਾ, ਆਖਣ ਵਾਲੇ ਦੇ ਵਿਚਾਰੇ ਦੇ ਕੋਈ ਹੱਥ ਨਹੀਂ ਹੈ। ਇਹ ਬਲ ਉਸ ਦਾ ਨਹੀਂ ਹੈ, ਇਹ ਤਾਂ ਪ੍ਰਭੂ ਦਾ ਬਖਸ਼ੀ ਹੋਈ ਵਡਿਆਈ ਹੈ। ਇਸਕਾ ਬਲ ਨਾ ਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ। ਕਿਉਂਕਿ ਕਰਨ ਤੇ ਕਰਾਵਣ ਜੋ ਹੈ ਉਹ ਮਾਲਕ ਹੈ ਪ੍ਰਭੂ, ਜਿਹੜਾ ਸਾਰੇ ਸੰਸਾਰ ਦਾ ਮਾਲਕ ਹੈ। ਆਗਿਆਕਾਰੀ ਬਪਰਾ ਜੀਵ। ਹਾਂ, ਜਿਹੜਾ ਜੀਵ ਉਸ ਦੇ ਬਾਰੇ ਕੁਛ ਕਹਿੰਦਾ ਹੈ, ਉਸ ਦੀ ਗਿਆਨ ਦਿੰਦਾ, ਉਸ ਦੀ ਸਿਫਤ ਸਲਾਹ ਕਰਦਾ, ਉਸ ਪ੍ਰਭੂ ਦਾ ਆਗਿਆਕਾਰੀ ਜੀਵ ਹੈ। ਪ੍ਰਭੂ ਕਾ ਸੇਵਕ ਆਗਿਆਕਾਰੀ, ਪ੍ਰਭੂ ਕਾ ਸੇਵਕ ਸਦਾ ਪੁਜਾਰੀ। ਅੱਗੇ ਆਪਾਂ ਵਿਚਾਰਾਂਗੇ ਕਿ ਉਹ ਆਗਿਆਕਾਰੀ ਹੈ। ਪ੍ਰਭੂ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਇਸ ਕਰਕੇ ਉਹਦੇ ਆਪਣੇ ਵਸ ਨਹੀਂ ਹੈ ਵਿਚਾਰੇ ਦੇ ਕੁਛ, ਪਰ ਉਹ ਆਗਿਆਕਾਰੀ, ਉਸ ਪ੍ਰਭੂ ਦੀ ਆਗਿਆ ਦੇ ਵਿੱਚ ਚੱਲਦਾ ਹੈ। ਜੋ ਤਿਸ ਭਾਵੈ ਸੋਈ ਫੁੰਥਿਓ। ਫਿਰ ਉਹ ਜੋ ਪ੍ਰਭੂ ਨੂੰ ਪਾਉਂਦਾ ਹੈ ਉਹੀ ਕੁਛ ਕਰਦਾ, ਕਿਉਂਕਿ ਆਗਿਆ ਦੇ ਵਿੱਚ ਹੈ। ਫਿਰ ਉਹ ਕੁਛ ਹੁੰਦਾ ਹੈ ਜਦੋਂ ਪ੍ਰਭੂ ਦੇ ਆਗਿਆ ਦੇ ਵਿੱਚ ਜੀਵ ਚੱਲਦਾ ਹੈ। ਕਬੂ ਊਚ ਨੀਚ ਮੈਂ ਬਸੈ। ਹੁਣ ਕਦੇ ਊਚ ਨੀਚ ਦੇ ਵਿੱਚ ਜੀਵ ਜਾਂਦਾ ਹੈ, ਕਦੇ ਆਪਣੇ ਆਪ ਨੂੰ ਊਚ ਸਮਝਦਾ ਹੈ, ਕਦੇ ਨੀਚ ਸਮਝਦਾ ਹੈ। ਕਬੂ ਹਰਖ ਸੋਗ ਰੰਗ ਹੱਸੈ। ਕਦੇ ਹੱਸਦਾ ਹੈ ਖੁਸ਼ੀ ਦੇ ਵਿੱਚ, ਤੇ ਕਦੇ ਸੋਗ ਦੇ ਵਿੱਚ ਚਲੇ ਜਾਂਦਾ ਹੈ, ਰੋਂਦਾ ਹੈ। ਜਦ ਤੱਕ ਜਾਣਿਆ ਨਹੀਂ ਪ੍ਰਭੂ ਨੂੰ, ਅਵਸਥਾ ਹੁੰਦੀ ਹੈ ਜੀਵ ਦੀ। ਕਬੂ ਨਿੰਦ ਚਿੰਦ ਵਿਵਹਾਰ। ਕਦੇ ਉਹ ਨਿੰਦਾ ਚਿੰਦਾ ਦੇ ਵਿੱਚ ਫਸਿਆ ਰਹਿੰਦਾ ਹੈ, ਇਹ ਵਿਵਹਾਰ ਬਣਾ ਲੈਂਦਾ ਹੈ, ਕਿਸੇ ਦੀ ਨਿੰਦਾ ਕਰਨੀ ਜਾਂ ਚਿੰਤਾ ਕਰਨੀ। ਕਬੂ ਉਬ ਆਕਾਸ਼ ਪਿਆਲ। ਕਦੇ ਊਬ ਦੇ ਵਿੱਚ, ਕਦੇ ਆਕਾਸ਼ ਦੇ ਵਿੱਚ, ਕਦੇ ਪਤਾਲ ਦੇ ਵਿੱਚ। ਇੱਦਾਂ ਵਿਚਾਰਾਂ ਦੇ ਵਿੱਚ ਜੀਵ ਡੁੱਬਿਆ ਰਹਿੰਦਾ ਹੈ, ਧਿਆਨ ਜਾਂਦਾ ਹੈ ਉਸਦਾ। ਕਬੂ ਬੇਤਾ ਬ੍ਰਹਮ ਵਿਚਾਰ। ਕਬੂ ਬ੍ਰਹਮ ਦੀ ਵਿਚਾਰ ਕਰਦਾ ਹੈ, ਆਪਣੇ ਆਪ ਨੂੰ ਬ੍ਰਹਮ ਦਾ ਬੇਤਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਨਾਨਕ ਆਪ ਮਿਲਾਵਣ ਹਾਰ। ਜਦੋਂ ਆਪ ਪ੍ਰਭੂ ਜੋ ਮਿਲਾਵਣ ਵਾਲਾ ਹੈ ਮਿਲਾ ਲੈਂਦਾ ਹੈ, ਫਿਰ ਉਹ ਉਸ ਦੀ ਵਿਚਾਰ ਕਰਦਾ ਹੈ, ਕਿਉਂਕਿ ਜਿਹਾ ਜਿਹਾ ਲਾਉਂਦਾ ਉਹ ਜਿਹਾ ਲੱਗਦਾ ਹੈ। ਕਬੂ ਨਿਰਤ ਕਰੈ ਬਹੁ ਪਾਤ। ਕਦੇ ਬਹੁਤ ਤਰ੍ਹਾਂ ਦੇ ਨਾਲ ਮਨ
ਨੱਚਦਾ ਹੈ। ਇੱਕ ਤਨ ਨੱਚਦਾ ਹੈ, ਇੱਥੇ ਤਨ ਦੀ ਗੱਲ ਨਹੀਂ ਹੈ, ਮਨ ਦੀ ਹੈ। ਮਨ ਨੱਚਦਾ ਹੈ, ਦੌੜਦਾ ਹੈ, ਜਦ ਕੁਛ ਪਾ ਲੈਂਦਾ ਹੈ ਬੜਾ ਖੁਸ਼ ਹੁੰਦਾ ਹੈ, जब पे कुछ चले जाता है रोंदा है। माटी का पुतरा कैसे नचता है, देखे देखे बोले सुने दौड़ियो फिरता है। जब किस पावता गर्व करता है, माया गई तब रोवन लगता है। इस करके अवस्था है जीव दी, कबों सोए रहे दिन रात। त्रै गुणा दे विच दिन रात सौना शरीर दा नहीं, मन त्रै गुणा दे विच सौंदा है। जदों दिन रात त्रै गुणा दे विच ही जागदा ही नहीं, सुता है संसार दे विच भी ते रात नूं भी त्रै गुणा तक विच ही मन सुता रहिंदा है। कबू महाक्रोध बेकराल, कदे मन महाक्रोध विच चले जांदा है। बेकराल अवस्था दे विच विकारां दे विच पै जांदा है। कबू सर्ब की होतर वाल, कदे बहुत भयानक रूप अपना दिखाता है, काम क्रोध दे विच फस जाता है, इन्ना क्रोधी हो जाता है। कदे फिर सारिਆਂ ਨੂੰ अपने आप ਨੂੰ सारिਆਂ ਦੀ ਧੂੜੀ दसना शुरू कर दिंदा है, जनाउणा शुरू कर दिंदा है। कबू सर्ब की होत रवाल, कबू होए वह बड़ राजा, कदे अपने आप नूं बहुत वड्डा राजा समझदा, मेरे वर्गा कोई भी नहीं है। कबू भिखारी नीच का साजा, कदे फिर भिखारी बन जाता है, अपने आप नूं नीच समझ लेंदा है, क्योंकि थिर नहीं रहिंदा। कबहू अपकीरत में आवे, कदे अपकीरत अपनी ही सिर सलाह करता है, या आप मुहारे कुछ भी करता है जी, किसी की कीर्ति करता है, गुण गाता है, लेकिन अपनी मत द्वारा। कबहू भला भला कहावे, कदे अपने आप नूं भला कहाउंदा है, समझदा है कि मैं भला इंसान हाँ। कदे अपने आप नूं जिहड़ा है बुरा इंसान दिखाउण दी कोशिश करता है। जो प्रभ राखा है तिव ही रहे, हुण जिवें प्रभु रखदा है उवें रहिंदा है। गुर प्रसाद नानक सच कहे, हाँ जिहड़ा सच है ये ज्ञान कदों हो जाता है, जिन्हां नूं गुर दी किरपा हो जाती है, वो फिर सच की गल करता है, निरंकार की गल करता है। कबों होए पंडित करे बख्यान, कदे पंडित बन के वख्यान करता है, वेदां शास्त्रां दे विचारां करता है, जिवें आपां कर रहे हैं। कबहू मोन तारी लावे ध्यान, कदे मोन तार लेंदा है, ध्यान लाउंदा है, बोलता नहीं है। कबहू सिद्ध साधक मुख ज्ञान, कदे सिद्ध साधकां दे ज्ञान दियां गल्लां करता है, रिद्धियां सिद्धियां दे विच। कबहू कीट कबहू तट तीर्थ इशनान, कदे तीर्थां ते इशनान करन जांदा है, तटां ते जांदा है। कदे सिद्ध साधक मुख, कबहू सिद्ध साधक मुख ज्ञान, कबहू सिद्ध साधका तन दे साधन दीयां गल्लां करदा है, तन दा इशनान करवाउंदा है, क्योंकि त्रै गुणा तक ही सीमित है। कबहू कीट हस्त पतंग होए जिया, कदे अपने आप नूं कीट, कदे हाथी की तरह विचार बद जाते हैं, कदे पतंगे की तरह उडारियां मारदा है। जिमें पतंगा है अग नाल प्यार करता है, सड़ जाता है,
ਇੱਦਾਂ ਮਨ ਦੀ ਅਵਸਥਾ ਬਣਦੀ ਹੈ, ਕਿਉਂਕਿ ਸਥਿਰ ਨਹੀਂ ਰਹਿੰਦਾ। ਅਨੇਕ ਜੋਨ ਪਰਮੈ ਪਰਮੀਆਂ, ਇਸੇ ਕਰਕੇ ਇਹ ਅਨੇਕਾਂ ਜੋਨਾਂ ਦੇ ਵਿੱਚ ਇਸ ਨੂੰ ਪਰਮਣਾ ਪੈਂਦਾ ਹੈ, ਕਿਉਂਕਿ ਸਥਿਰ ਨਹੀਂ ਰਹਿੰਦਾ। ਨਾਨਾ ਰੂਪ ਜਿਉ ਸੁਆਗੀ ਦਿਖਾਵੇ। ਨਾਨਾ ਰੂਪ ਜਿਹੜਾ ਸਾਡੇ ਮਨ ਦਾ ਪ੍ਰਕਾਸ਼ ਰੂਪ ਹੈ, ਜਿਨ੍ਹਾਂ ਨੂੰ ਪ੍ਰਭੂ ਉਹ ਗਿਆਨ ਦੇ ਦਿੰਦਾ ਹੈ। ਜਿਉ ਪ੍ਰਭ ਭਾਵੈ ਤਿਵੈ ਨਚਾਵੈ, ਜਿਨ੍ਹਾਂ ਨੂੰ ਪ੍ਰਕਾਸ਼ ਰੂਪ ਦਾ ਗਿਆਨ ਕਰਵਾ ਦਿੰਦਾ ਹੈ, ਉਹ ਫਿਰ ਆਪਣੇ ਭਾਣੇ ਨਹੀਂ ਚੱਲਦੇ, ਉਹ ਪ੍ਰਭੂ ਦੇ ਭਾਣੇ ਚੱਲਦੇ ਨੇ। ਪ੍ਰਭੂ ਉਹਨਾਂ ਨੂੰ ਚਲਾਉਂਦਾ ਹੈ। ਉੱਥੇ ਮਨ ਦਾ ਨੱਚਣਾ ਹੈ ਜਿਹੜਾ, ਉਹ ਗੁਰੂ ਦੇ ਅੱਗੇ ਮਨ ਨੱਚਦਾ ਹੈ। ਜੋ ਤਿਸ ਭਾਵੈ ਸੋਈ ਹੋਏ, ਜੋ ਪ੍ਰਭੂ ਨੂੰ ਪਾਉਂਦਾ ਉਹੀ ਹੁੰਦਾ ਹੈ। ਨਾਨਕ ਦੂਜਾ ਵਰਨਾ ਕੋਈ, ਦੂਜਾ ਨਹੀਂ ਹੈ ਕੋਈ ਹੋਰ। ਚਲਾਉਣੇ ਵਾਲਾ ਉਹੀ ਹੈ। ਕਿਸੇ ਨੂੰ ਕਿਸੇ ਅਵਸਥਾ 'ਚ ਲੈ ਜਾਂਦਾ, ਕਿਸੇ ਨੂੰ ਕਿਸੇ, ਕਿਉਂਕਿ ਜੀਵ ਦੇ ਵਸ ਨਹੀਂ ਹੈ। ਕਬਹੂ ਸਾਧ ਸੰਗਤ ਇਹ ਪਾਵੈ, ਫਿਰ ਕਿਤੇ ਸਮਾਂ ਬਣਦਾ ਹੈ ਕਿ ਸਾਧੂ ਜਿਨ੍ਹਾਂ ਦੀ ਸੰਗਤ ਵਿੱਚ ਆ ਜਾਂਦਾ ਹੈ। ਉਸ ਸਥਾਨ ਤੇ ਬਾਹਰ ਨਾ ਆਵੇ। ਫਿਰ ਇਹ ਜਿਹੜੇ ਆਪਾਂ ਸਥਾਨ ਵਰਣਨ ਕਰਕੇ ਆਏ ਹਾਂ ਪਹਿਲਾਂ, ਫਿਰ ਉਹਨਾਂ ਤੇ ਨਹੀਂ ਜਾਂਦਾ ਜੀਵ। ਜੇ ਸਾਧੂ ਜਿਨ੍ਹਾਂ ਦੀ ਸੰਗਤ 'ਚ ਆ ਜਾਂਦਾ ਹੈ, ਗਿਆਨ ਲੈ ਲੈਂਦਾ ਹੈ, ਫਿਰ ਉਹ ਪਿਛਲੇ ਸਥਾਨ ਜਿੱਥੇ ਆਪਾਂ ਵਿਚਾਰ ਕੇ ਆਏ ਹਾਂ 2 ਪਦਿਆਂ ਦੇ ਵਿੱਚ, ਉੱਥੇ ਫਿਰ ਉਹ ਜੀਵ ਨਹੀਂ ਜਾਂਦਾ ਮਨ, ਜੇ ਉਹ ਗਿਆਨ ਲੈ ਕੇ ਸੁਣ ਕੇ ਮੰਨ ਕੇ ਕਮਾਉਣਾ ਸ਼ੁਰੂ ਕਰ ਦਿੰਦਾ ਹੈ। ਅੰਤਰ ਹੋਏ ਗਿਆਨ ਪ੍ਰਕਾਸ਼, ਕਿਉਂਕਿ ਸੰਗਤ 'ਚ ਗਿਆਨ ਲੈਣ ਦੇ ਨਾਲ ਮਨ ਪ੍ਰਕਾਸ਼ ਹੋ ਜਾਂਦਾ ਹੈ, ਅੰਤਰ ਪ੍ਰਕਾਸ਼ ਹੋ ਜਾਂਦਾ ਹੈ। ਉਸ ਸਥਾਨ ਕਾ ਨਹੀਂ ਵਿਨਾਸ਼, ਫਿਰ ਉਹ ਸਥਾਨ ਪ੍ਰਾਪਤ ਹੋ ਜਾਂਦਾ ਜਿਹਦਾ ਕਦੇ ਵਿਨਾਸ਼ ਨਹੀਂ ਹੁੰਦਾ, ਜੋ ਅਵਿਨਾਸ਼ੀ ਹੈ। ਚੌਥਾ ਪਦ, ਉੱਥੇ ਫਿਰ ਗਿਆਨ ਹੋ ਜਾਂਦਾ ਹੈ ਜੀਵ ਨੂੰ। ਮਨ ਤਨ ਨਾਮ ਰਤੇ ਇੱਕ ਰੰਗ, ਉੱਥੇ ਮਨ ਤਨ ਨਾਮ ਦੇ ਵਿੱਚ ਰੱਤੇ ਜਾਂਦੇ ਨੇ। ਇੱਕ ਰੰਗ ਨਾਮ ਦਾ ਚੜ ਜਾਂਦਾ ਹੈ ਮਨ ਨੂੰ, ਇਹ ਮਾਇਆ ਦੇ ਰੰਗ ਉਤਰ ਜਾਂਦੇ ਨੇ। ਸਦਾ ਵਸੈ ਹੈ ਪਾਰ ਬ੍ਰਹਮ ਕੈ ਸੰਗ, ਫਿਰ ਸਦਾ ਹੀ ਪਾਰ ਬ੍ਰਹਮ ਦਾ ਸੰਗ ਹੋ ਜਾਂਦਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਜਿਵੇਂ ਪਾਣੀ ਦੇ ਵਿੱਚ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ, ਤਿਉਂ ਜੋਤੀ ਸੰਗ ਜੋਤ ਸਮਾਨਾ। ਇੱਦਾਂ ਸਾਡੇ ਮਨ ਦੀ ਜੋਤ ਪ੍ਰਭੂ ਦੀ ਜੋਤ ਵਿੱਚ ਸਮਾ ਜਾਂਦੀ ਹੈ, ਅਸੀਂ ਵੀ ਇੱਕ ਰੂਪ ਹੋ ਜਾਂਦੇ ਪ੍ਰਭੂ ਦੇ ਨਾਲ। ਮਿਟ ਗਏ ਗਵਨ ਪਾਏ ਵਿਸਰਾਮ, ਇੱਦਾਂ ਫਿਰ ਜਿਹੜਾ ਇਹ ਆਵਾਗਮਨ ਖਤਮ ਹੋ ਜਾਂਦਾ ਹੈ, ਮਨ ਵਿਸਰਾਮ ਕਰਦਾ ਹੈ, ਪ੍ਰਭੂ ਸਮਾ ਜਾਂਦਾ ਹੈ, ਪ੍ਰਭੂ ਦਾ ਸੰਗੀ ਪਰ ਬ੍ਰਹਮ ਦਾ ਸੰਗੀ ਹੋ ਜਾਂਦਾ ਹੈ। ਨਾਨਕ ਪ੍ਰਭ ਕੈ ਸਤ ਕੁਰਬਾਨ, ਫਿਰ ਉਹ ਜੀਵ ਕਿਸੇ ਹੋਰ ਤੋਂ ਕੁਰਬਾਨ ਨਹੀਂ ਜਾਂਦਾ, ਫਿਰ ਸਤ ਪ੍ਰਭੂ ਸਾਹਮਣੇ ਪ੍ਰਗਟ ਹੋ ਜਾਂਦਾ ਹੈ, ਫਿਰ ਸਦਾ ਪ੍ਰਭੂ ਤੋਂ ਕੁਰਬਾਨ। ਫਿਰ ਜੇ ਸਿਫਤ ਸਲਾਹ ਕਰਨੀ ਹੈ ਪ੍ਰਭੂ ਦੀ, ਕੁਛ ਵੀ ਕਰਨਾ ਹੈ, ਫਿਰ ਜੇ ਕੁਛ ਕਰਦਾ ਹੈ ਜੀ, ਫਿਰ ਇਹ ਨਹੀਂ ਕਹਿੰਦਾ ਮੈਂ ਕਰਦਾ ਹਾਂ, ਫਿਰ ਕਹਿੰਦਾ ਉਹ ਪ੍ਰਭੂ ਹੀ ਕਰਵਾਉਂਦਾ ਹੈ, ਉਹੀ ਕਰਾਉਣ ਵਾਲਾ ਹੈ, ਕਿਉਂਕਿ ਕਰਨ ਕਾਰਨ ਉਹੀ ਹੈ। ਫਿਰ ਸੋਝੀ ਹੋ ਜਾਂਦੀ ਹੈ। ਫਿਰ ਆਪਾਂ ਜਲ ਵਿੱਚ ਵੀ, ਥਲ ਵਿੱਚ ਵੀ, ਮਈਲ ਵਿੱਚ ਵੀ ਦੇਖ ਸਕਦੇ ਹਾਂ। ਫਿਰ ਕਿਸੇ ਨੂੰ ਦੋਸ਼ ਨਹੀਂ ਦਿੰਦੇ ਕਿ ਫਲਾਣੇ ਨੇ ਇਹ ਮਾੜਾ ਕੀਤਾ, ਇਸ ਨੇ ਇਹ ਚੰਗਾ ਕੀਤਾ, ਕਿਉਂਕਿ ਉਹੀ ਹੁੰਦਾ ਜੋ ਉਸ ਦੇ ਬਾਣੇ ਵਿੱਚ ਹੁੰਦਾ ਹੈ। ਸੋ ਗੁਰਮੁਖ ਪਿਆਰਿਓ, ਹੁਣ ਆਪਾਂ ਧਿਆਨ ਲਾਈਏ। ਅੱਜ ਆਪਾਂ ਧਿਆਨ ਨਹੀਂ ਲਾਵਾਂਗੇ ਕਿਉਂਕਿ ਥੋੜ੍ਹੇ ਲੇਟ ਹਾਂ, 10-12 ਮਿੰਟ ਨੇ, 2 ਮਿੰਟ ਆਪਾਂ ਵੱਧ ਲੈ ਲਾਂਗੇ। ਆਓ ਅਭਿਆਸ ਹੀ ਕਰਾਂਗੇ ਅੱਜ। ਆਓ ਨੇਤਰ ਸਮ ਕਰੀਏ।
नीचे लै जो ध्यान। फिर सम करके देखिए अपने आप ਨੂੰ। फिर नीचे लै जो ध्यान।
फिर सम करके देखिए अपने आप को। फिर नीचे ले जो ध्यान। और सामने लेके आइए ध्यान।
ਮਸਤਕ ਦੇ ਸਾਹਮਣੇ ਲੈ ਜਾ, ਪਲਕਾਂ ਉੱਤੇ ਚੁੱਕ। फिर सामने लेके आइए ध्यान। नीचे लाओ ध्यान। और सम करके देखिए अपने आप को। वाहिगुरु जी का खालसा वाहिगुरु जी की फतेह। सो गुरमुख प्यारिओ, इस तरीके दे नाल सतगुरु जी सानू समझाउंदे ने, जो आपां करदे हां आपां कदे भी ये नहीं समझना कि असी करते हाँ। तू सानू इस पौण तो वख कर,
ਤੂੰ ਸਾਡੇ ਤੇ ਦਇਆ ਕੀਤੀ ਹੈ, ਤੂੰ ਸਾਨੂੰ ਆਪਣੀ ਭਗਤੀ ਦੇ ਵਿੱਚ ਲਾਇਆ ਹੈ। ਸਦਾ ਸ਼ੁਕਰਾਨਾ ਕਰਨਾ ਹੈ, ਕਦੇ ਵੀ ਆਪਣੇ ਆਪ ਨੂੰ ਕੁਛ ਵੀ ਨਹੀਂ ਜਨਾਉਣਾ। ਸੋ ਇੰਨੀ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।